ਸ੍ਰੀ ਅਕਾਲ ਜੀ, ਮੈਂ ਡਾਕਟਰ ਜਸਕਰਨ ਸਿੰਘ ਸੰਧਵਾ। ਤੁਸੀਂ ਦੇਖ ਰਹੇ ਹੋ ਨਿਰਭੈ ਸੱਚ ਚੈਨਲ। ਤੇ ਟ੍ਰੇਡਿੰਗ ਸੈਂਟਰ ਦੇ ਵਿੱਚ ਜਾ ਕੇ ਔਰ ਦੀਵਾਲੀ ਤੋਂ ਪਹਿਲਾਂ ਚਾਹੇ ਉਹ OTS ਦੀ ਸ਼ਕਲ ਦੇ ਵਿੱਚ ਜਾਂ ਕਿਸੇ ਕਨਸੈਸ਼ਨ ਦੀ ਸ਼ਕਲ ਦੇ ਵਿੱਚ ਜਾਂ ਇੰਟਰਪ੍ਰੀਟੇਸ਼ਨ ਦੀ ਸ਼ਕਲ ਦੇ ਵਿੱਚ, ਤਾਂ ਕਿ ਇੰਡਸਟਰੀਜ਼ ਡਿਪਾਰਟਮੈਂਟ ਜਿਹੜਾ ਪੰਜਾਬ ਦੀ ਇੰਡਸਟਰੀ ਹੈ, ਸਨਅਤਕਾਰ ਹੈ, ਕਾਰੋਬਾਰੀ ਵਪਾਰੀ ਹੈ, ਔਰ ਮੈਂ ਸਮਝਦਾ ਕਿ ਜੇ ਵਪਾਰ ਹੈ ਤਾਂ ਸਰਕਾਰ, ਜੇ ਪੰਜਾਬ ਦਾ ਦਿਲ ਧੜਕਦਾ ਹੈ, ਚਾਹੇ ਉਹ ਇੰਪਲੋਇਮੈਂਟ ਦੇ ਇਤਬਾਰ ਨਾਲ ਕਹਿ ਦਈਏ ਜਾਂ ਉਹ ਟੈਕਸ ਰੈਵਨਿਊਜ਼, ਤਾਂ ਉਹਦੀ ਮੇਜਰ ਕੰਟਰੀਬਿਊਸ਼ਨ ਜਿਹੜੀ ਇੰਡਸਟਰੀ ਦੀ ਹੈ, ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਜ਼ ਆਫ ਡੂਇੰਗ ਬਿਜ਼ਨਸ, ਕਿ ਜਿੰਨੀ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਬਿਹਤਰ ਤੋਂ ਬਿਹਤਰ ਬਣਾ ਸਕਾਂਗੇ, ਇਸ ਮਕਸਦ ਨਾਲ ਤੇ ਇਸ ਉਦੇਸ਼ ਨਾਲ ਅੱਜ ਤੁਹਾਡੇ ਸ਼ਹਿਰ ਆਏ ਸੀ। ਲੁਧਿਆਣੇ ਦੀ ਜਿੰਨੀ ਵੀ ਪ੍ਰੈਸ ਕੋਰ ਤੁਸੀਂ ਹਾਜ਼ਰ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜ਼ਹਿਮਤ ਕੀਤੀ, ਤੁਸੀਂ ਖੇਚਲ ਕੀਤੀ ਅੱਜ ਇਸ ਪ੍ਰੈਸ ਬਰੀਫਿੰਗ 'ਚ ਆਉਣ ਦੀ। ਜੇ ਕੋਈ ਟੈਕਸ ਡਿਪਾਰਟਮੈਂਟ ਜਾਂ ਇੰਡਸਟਰੀਜ਼ ਡਿਪਾਰਟਮੈਂਟ ਦੇ ਇਤਬਾਰ ਨਾਲ ਕੋਈ ਤੁਹਾਡਾ ਸਵਾਲ ਹੈ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ। ਬਾਲ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪੰਜਾਬ ਨੂੰ ਅੱਜ ਬਹੁਤ ਵੱਡੀ ਤੁਸੀਂ ਕਰਜ਼ ਮੁਕਤ ਕਰ ਦਿੱਤਾ, ਔਰ ਪੰਜਾਬ ਦੇ ਹਰ ਜਿਹੜਾ ਨਾਗਰਿਕ ਹੈ ਉਹਨੂੰ ਅੱਜ ਬਹੁਤ ਜਿੰਨਾ ਕਿ ਫਿਕਰ ਸੀਗਾ ਬੇਫਿਕਰ ਕਰਤਾ ਵੀ ਪੰਜਾਬ ਅੱਜ ਕਰਜ਼ ਮੁਕਤ ਹੋ ਗਿਆ, ਤਾਂ ਕਿ 40,000 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਕਿਹਾ ਬਹੁਤ ਵੱਡੀ ਤੁਸੀਂ ਖਬਰ ਦਿੱਤੀ, ਔਰ ਸਾਰੇ ਖੁਸ਼ ਵੀ ਹੋਣਗੇ ਪੂਰੇ ਪੰਜਾਬੀ ਕਿ ਇਹ 40,000 ਕਰੋੜ ਰੁਪਇਆ ਇਹ ਹੁਣੇ ਤੁਸੀਂ ਕਿਸ ਤਰੀਕੇ ਨਾਲ ਕੀਤਾ। ਇਹਦਾ ਕ੍ਰੈਡਿਟ ਜਿਹੜਾ ਹੈ ਤੁਹਾਡੀ ਕੈਪਟਨ ਸਰਕਾਰ ਨੂੰ ਜਾਂਦਾ, ਔਰ ਕਿੰਨੇ ਸਾਲਾਂ ਜਾਂਦਾ, ਕਿਉਂਕਿ ਵਿਰੋਧੀ 10 ਸਾਲ ਪਿੱਛੇ ਰਹੇ ਨੇ, ਉਹ ਹਮੇਸ਼ਾ ਤੁਸੀਂ ਕਿਹਾ ਵੀ ਵਿਰੋਧੀਆਂ ਨੇ ਸਾਨੂੰ ਕਰਜ਼ ਦੇ ਦਿੱਤਾ ਤੇ ਉਹ 10 ਸਾਲਾਂ 'ਚ 40,000 ਕਰੋੜ ਚ ਆਇਆ, ਔਰ ਤੁਸੀਂ 4.5 ਸਾਲਾਂ 'ਚ ਕਿਸ ਤਰੀਕੇ ਨਾਲ 40,000 ਕਰੋੜ ਨੂੰ ਮੈਨੇਜ ਕਰਕੇ ਹੁਣ ਤੁਸੀਂ ਕਹਿੰਦੇ ਇਨਫ ਹੈ, ਇਹਦਾ ਕ੍ਰੈਡਿਟ ਕਿਹਨੂੰ ਨਾਲ ਦੇਣਾ ਚਾਹੁੰਦੇ? ਸਰ, ਇਸ ਤਰ੍ਹਾਂ ਹੈਗਾ ਕਿ ਜਿਹੜਾ ਬੰਦਾ ਲੁਧਿਆਣੇ ਬੱਸ ਅੱਡੇ ਤੇ ਕੇਲਿਆਂ ਦੀ ਰੇਹੜੀ ਵੀ ਲਾਉਂਦਾ, ਉਹਨੂੰ ਵੀ ਆਪਣਾ ਘਰ ਚਲਾਉਣਾ ਆਉਂਦਾ ਹੈ, ਕਿਉਂਕਿ ਉਹਨੇ ਰਾਤ ਨੂੰ ਆਪਣੇ ਬੱਚਿਆਂ ਵਾਸਤੇ ਰੋਟੀ ਲੈ ਕੇ ਜਾਣੀ। ਔਰ ਜੇ ਤੁਹਾਡੇ ਸਿਰ ਕਰਜ਼ਾ ਹੋਵੇ ਤਾਂ ਦੋ ਹੀ ਗੱਲਾਂ ਹੋ ਸਕਦੀਆਂ ਕਿ ਤੁਸੀਂ ਆਪਣੀ ਜਾਂ ਤਾਂ ਆਮਦਨ ਵਧਾ ਲਓ ਤੇ ਜਾਂ ਖਰਚੇ ਘਟਾ ਲਓ। ਹੋਰ ਇਹਦੇ 'ਚ ਕੋਈ ਮੰਤਰ ਤਾਂ ਹੈ ਨਹੀਂ। ਅਸੀਂ ਪਿਛਲੇ ਪੌਣੇ 5 ਸਾਲਾਂ 'ਚ ਪੰਜਾਬ ਸਰਕਾਰ ਨੇ ਅਸੀਂ ਆਪਣੇ ਆਮਦਨ ਵਧਾਈ ਹੈ ਔਰ ਅਸੀਂ ਖਰਚੇ ਘੱਟ ਕੀਤੇ। ਔਰ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ ਕਿ ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਨਹੀਂ ਕਹਿ ਰਿਹਾ, ਕਿਉਂਕਿ ਇਹ ਤਾਂ ਜਿਹੜੇ ਪੰਜਾਬ ਸਟੇਟ ਦੇ ਅਕਾਊਂਟਸ ਹੁੰਦੇ ਆ, ਇਹ ਆਡੀਟਰ ਜਨਰਲ ਆਡਿਟ ਕਰਦਾ ਹੈ, ਹਰ ਕੁਆਟਰ ਦੇ ਵਿੱਚ ਆਡਿਟ ਹੁੰਦੇ ਆ, ਇਹ ਪਬਲਿਕ ਡਾਕੂਮੈਂਟਸ ਹੁੰਦੇ ਆ। ਅਸੀਂ ਆਪਣੇ ਪਿਛਲੇ 5 ਸਾਲਾਂ 'ਚ ਜਿਹੜੇ ਸਾਡੇ ਰੈਵਨਿਊਜ਼ ਹੈ, ਜਿਹਨੂੰ ਅਸੀਂ ਆਮਦਨ ਕਹਿੰਦੇ ਆ, ਇਹ ਅਸੀਂ ਦੁੱਗਣੀ ਕਰਨੀ, ਔਰ ਅਸੀਂ ਜਿਹੜੇ ਖਰਚੇ ਹੈ, ਅਸੀਂ ਆਪਣੇ ਖਰਚਿਆਂ ਨੂੰ ਦੁੱਗਣਾ ਹੋਣ ਤੋਂ ਲਗਾਮ ਦਿੱਤੀ ਹੋਈ ਹੈ। ਇਸ ਵਜ੍ਹਾ ਨਾਲ ਅਸੀਂ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋ ਗਿਆ, ਸਾਡੀਆਂ ਸੇਵਿੰਗਸ ਆਉਣ ਲੱਗੀਆਂ, ਅਸੀਂ ਪੇ ਕਮਿਸ਼ਨ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਤਾ ਹੈ। ਅਸੀਂ ਕਿਉਂਕਿ ਤੁਸੀਂ ਇੱਕ ਜ਼ਰੂਰ ਇਸ ਗੱਲ ਨੂੰ ਅਪਰੀਸ਼ੀਏਟ ਕਰੋਗੇ, ਔਰ ਤੁਸੀਂ ਕਬੀਲਦਾਰ ਬੰਦੇ ਹੋ। ਮੇਰੀ ਆਮਦਨ ਤੇ ਮੇਰਾ ਖਰਚਾ ਕਿੰਨਾ ਹੈ, ਇਹਦੇ 'ਚ ਮੈਨੂੰ ਬੈਲੈਂਸ ਤਾਂ ਬਣਾਉਣਾ ਹੀ ਪਏਗਾ। ਅਸੀਂ ਉਹ ਬੈਲੈਂਸ ਬਣਾ ਕੇ ਰੱਖਿਆ ਹੋਇਆ ਆਮਦਨ ਤੇ ਖਰਚੇ ਦਾ। ਦੂਸਰਾ ਹੈ ਕਿ ਇੱਕ ਬੈਲੈਂਸ ਇਹ ਵੀ ਬਣਾਉਣਾ ਪੈਣਾ ਹੈ ਕਿ ਮੈਂ ਜਿਹੜੀ ਮੇਰੀ ਆਮਦਨ ਹੈ, ਉਸ ਆਮਦਨ ਦਾ ਮੈਂ ਕਰਨਾ ਕੀ ਹੈ। ਇੱਕ ਪਾਸੇ ਤਾਂ ਮੈਂ ਸਟੇਟ ਦੀ ਡਿਵੈਲਪਮੈਂਟ ਕਰਾਉਣੀ ਹੈ। ਡਿਵੈਲਪਮੈਂਟ ਦਾ ਮਤਲਬ ਹੈ ਸੜਕਾਂ, ਬਿਜਲੀ ਘਰ, ਨਹਿਰਾਂ, ਸਕੂਲ, ਹਸਪਤਾਲ, ਗਲੀ ਨਾਲੀ, ਟੂਟੀ ਖੰਭਾ, ਜਿਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਆ। ਪਰ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇੱਕ ਪੰਜਾਬ ਦੇ ਵਿੱਚ ਐਸਾ ਤਬਕਾ ਵੀ ਹੈ ਜਿਹੜਾ ਸੁਬਾਹ ਉੱਠਦਾ ਔਰ ਇਹ ਖੂਹ ਪੱਟਣ ਲੱਗ ਜਾਂਦਾ, ਔਰ ਜਦੋਂ ਸ਼ਾਮ ਹੁੰਦੀ ਹੈ, ਜੇ ਖੂਹ ਪੱਟਿਆ ਗਿਆ ਤਾਂ ਉਸ ਖੂਹ 'ਚ ਉਹਨੇ ਪਾਣੀ ਪੀਣਾ, ਜੇ ਖੂਹ ਨਾ ਪੱਟਿਆ ਗਿਆ ਤਾਂ ਉਹ ਤੋਂ ਪਾਣੀ ਨਹੀਂ ਪੀਤਾ ਜਾਣਾ, ਉਹ ਪਿਆਸੇ ਪੇਟ ਉਹ ਸੋਏਗਾ, ਜਿਹਨੂੰ ਲੋਕ ਭਲਾਈ ਦੇ ਕੰਮ ਕਹਿੰਦੇ ਆ। ਔਰ ਇਹ ਜਿਸ ਸਰਕਾਰ 'ਚ ਅਸੀਂ ਕੰਮ ਕਰ ਰਹੇ ਹਾਂ, ਅਸੀਂ ਮਸਲਨ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਫ੍ਰੀ ਜਿਹੜੇ ਬੱਸ ਟਰੈਵਲ, ਇਸ ਤੋਂ ਇਲਾਵਾ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ, ਹੋਰ ਕੰਸੈਸ਼ਨ ਦਿੱਤੀ, ਇਹਦਾ ਵੀ ਇੱਕ ਬੈਲੈਂਸ ਬਣਾਉਣਾ ਪੈਣਾ। ਔਰ ਉਸੇ ਸਵਾਲ ਦਾ ਜਵਾਬ ਹੈ ਕਿ ਪੰਜਾਬ ਦੇ ਕੁਝ ਸ਼ਾਰਟ ਟਰਮ ਗੋਲਸ ਹੈ, ਪਰ ਸਾਡੇ ਲੌਂਗ ਟਰਮ ਗੋਲਸ ਵੀ ਹੈ। ਪੰਜਾਬ ਨੇ ਅੱਜ ਤੋਂ 10 ਸਾਲ, 20 ਸਾਲ, 30 ਸਾਲ ਵਿੱਚ ਉਹਦਾ ਵੀ ਬੈਲੈਂਸ। ਸੋ ਥੋੜਾ ਜੇ ਮੈਂ ਸਵਾਲ ਦਾ ਜਵਾਬ ਦੇਵਾਂ, ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਇਹ ਵਜ੍ਹਾ ਹੈ ਕਿ ਪੰਜਾਬ ਅੱਜ ਫੇਰ ਅਸੀਂ ਸਾਡਾ ਕੋਈ ਓਵਰਡਰਾਫਟ ਹੈ ਨਹੀਂ,
ਅਸੀਂ ਕਿਸੇ ਦੀਆਂ ਦੇਣਦਾਰੀਆਂ ਨਹੀਂ ਦੇਣੀਆਂ ਔਰ ਅਸੀਂ ਇਸ ਹੈਸੀਅਤ ਤੇ ਔਕਾਤ 'ਚ ਆ ਗਏ ਹਾਂ ਕਿ ਅਸੀਂ ਲੋਕਾਂ ਨੂੰ ਖਾਸ ਕਰਕੇ ਲੋਕ ਭਲਾਈ ਦੇ ਕੰਮਾਂ 'ਚ ਅਸੀਂ ਕਨਸੈਸ਼ਨ ਦੇਣ ਲੱਗੇ। ਆਪ ਬਤਾ ਸਰ ਇਹ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਜੋ ਬਣੀ ਸੀਗੀ ਉਸ ਵੇਲੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਕਿਹਾ ਸੀ ਕਿ ਪਿਛਲੀ ਸਰਕਾਰ ਨੇ ਸਾਡੇ ਤੇ ਕਰਜ਼ਾ ਛੱਡ ਕੇ ਗਈ ਹੈ, ਇੱਕ ਵੱਡਾ ਕਰਜ਼ਾ ਸਾਡੇ ਤੇ ਛੱਡਿਆ ਗਿਆ। ਉਹ ਕਰਜ਼ਾ ਹੁਣ ਜਦੋਂ ਸਰਕਾਰ ਹੁਣ ਫਿਰ ਦੁਆਰਤੀ ਇਲੈਕਸ਼ਨ ਹੋਣ ਜਾ ਰਹੇ ਨੇ, ਇਹ ਕਰਜ਼ਾ ਸਾਡੇ ਦੇ ਉੱਤੇ ਵਧਿਆ ਵਾ ਜਾਂ ਘਟਿਆ ਵਾ ਜਾਂ ਅਸੀਂ ਉੱਥੇ ਹੀ ਖੜੇ ਹਾਂ? ਸਭ ਇਹ ਕਰਜ਼ਾ ਜਿਹੜਾ ਹੈ ਓਵਰਆਲ ਤਾਂ ਵਧਿਆ ਹੈ ਬਟ ਪਰਸੈਂਟੇਜ ਦੇ ਹਿਸਾਬ ਨਾਲ ਸਾਡੀ ਆਮਦਨ ਦੇ ਹਿਸਾਬ ਨਾਲ ਘਟਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਮੇਰੇ ਘਰੇ ਜਿਹੜਾ ਆਦਮੀ ਮੇਰਾ ਰੋਟੀ ਪਕਾਉਂਦਾ ਹੈ ਜਾਂ ਮੇਰੀ ਸੇਵਾ ਕਰਦਾ ਹੈ ਉਸ ਬੰਦੇ ਨੂੰ ਤਾਂ ਜੇ 50,000 ਰੁਪਏ ਦਾ ਉਹਦੇ ਤੇ ਕਰਜ਼ਾ ਹੋਵੇ ਤਾਂ ਉਹਨੂੰ ਬਹੁਤ ਵੱਡੀ ਰਕਮ ਲੱਗੇਗੀ। ਪਰ ਜੇ ਮਨਪ੍ਰੀਤ ਦੇ ਉੱਤੇ ਲੱਖ ਰੁਪਇਆ ਵੀ ਕਰਜ਼ਾ ਹੈ ਮੇਰੇ ਆਪ ਦੇ ਉੱਤੇ ਕਿਉਂਕਿ ਮੈਂ ਜ਼ਮੀਨਾਂ ਵਾਲਾ ਆਦਮੀ ਹੈ ਤਾਂ ਮੈਨੂੰ ਉਹ ਘੱਟ ਲੱਗੇਗਾ। ਸੋ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ ਹੈ ਓਵਰਆਲ ਪੰਜਾਬ ਦੀ ਆਮਦਨ ਨਾਲ ਤਾਂ ਉਹਦੀ ਪਰਸੈਂਟੇਜ ਥੱਲੇ ਗਈ ਹੈ ਬਟ ਰਕਮ ਜਿਹੜੀ ਹੈ ਉਹ ਤਾਂ ਵਧੀ। Sir, what is the total involved? 2,75,000 ਕਰੋੜ ਕਰਜ਼ਾ ਹੈ ਪੰਜਾਬ ਦਾ, ਜਿਹਦੇ ਵਿੱਚੋਂ 40,000 ਤਾਂ ਸਾਨੂੰ ਯਕਮੁਸ਼ਤ ਪਹਿਲੇ ਦਿਨ ਹੀ ਟੱਕਰ ਗਿਆ ਸੀ। ਮੰਤਰੀ ਜੀ ਦੀ ਬੈਲੈਂਸ ਬਣਾ ਕੇ ਛੱਡ ਕੇ ਕਿੰਨਾ ਗਏ ਸੀ ਜੀ ਕਰਦੇ ਹੋ? 2 ਲੱਖ ਦੇ ਤਕਰੀਬਨ ਕਰੋੜ ਛੱਡ ਕੇ ਗਏ ਸੀ ਔਰ 40,000 ਤੇ ਜਿਹੜਾ ਸਾਨੂੰ ਐਡੀਸ਼ਨਲ ਸਾਨੂੰ ਮਿਲ ਗਿਆ। ਸਰ ਜਿਹੜੀ ਆਪਾਂ Sir, ਇਹ facility ਕਿਹੜੀ ਤਰੀਕ ਤੱਕ ਦੇ ਹੈਗਾ? ਇਹ ਕਿਹੜੀ ਤਰੀਕ ਤੱਕ ਇਹ ਅਮਾਉਂਟ ਹੈ ਜੀ? 275 ਸਭ ਇਹ ਆਡਿਟਡ ਰਿਜ਼ਲਟਸ ਹੈ, ਤੁਹਾਨੂੰ ਕਿਸੇ ਵੀ ਪਬਲਿਕ ਡਾਕੂਮੈਂਟ ਚੋਂ ਮਿਲ ਜਾਣਗੇ। ਸਰ ਸਰ ਇੱਕ ਬਾਤ ਕਰ ਸਰ ਆਪਣਾ ਜੋ ਵੀ ਸਰ ਬੈਲੈਂਸ ਬਣਾਉਣ ਦੀ ਗੱਲ ਕਰ ਰਹੇ ਹੋ ਇਹਦੇ ਚ ਆਪਣੀ ਆਮਦਨ ਵਧੀ ਹੈ ਕਿ ਆਪਾਂ ਖਰਚਾ ਘਟਾਇਆ ਜੀ? ਇਹਦਾ ਬੈਲੈਂਸ ਸਰ ਆਮਦਨ ਦੁੱਗਣੀ ਕਰ ਲਈ। ਆਮਦਨ ਦੇਖੋ ਖਰਚੇ ਵੀ ਤਾਂ ਵਧੇ ਪਰ ਖਰਚੇ ਦੁੱਗਣੇ ਨਹੀਂ ਵਧੇ। ਤਾਂ ਖਰਚੇ ਤਾਂ ਵਧਣਗੇ ਕਿਉਂਕਿ ਹਰ ਸਾਲ ਸੈਲਰੀਜ਼ ਵਧਦੀਆਂ ਹੈ, ਇੰਕਰੀਮੈਂਟ ਲੱਗਦੇ ਹੈ, ਡੀਏ ਲੱਗਦਾ ਹੈ, ਹਰ ਚੀਜ਼ ਲੱਗਦੀ ਹੈ। ਬਟ ਅਸੀਂ ਆਪਣੀ ਆਮਦਨ ਦੁੱਗਣੀ ਕਰ ਲਈ ਹੈ, ਖਰਚੇ ਦੁੱਗਣੇ ਨਹੀਂ ਹੋਣ ਦਿੱਤੇ। ਇਸ ਵਜ੍ਹਾ ਨਾਲ ਸਾਨੂੰ ਓਵਰਡਰਾਫਟ ਨਹੀਂ ਜਾਣਾ ਪਿਆ, ਅਸੀਂ ਸਿੰਕਿੰਗ ਫੰਡ ਕ੍ਰੀਏਟ ਕਰ ਲਿਆ ਔਰ ਪੰਜਾਬ ਦੀ ਜਿਹੜੀ ਜਿਸ ਹਾਲਾਤ ਦੇ ਵਿੱਚ ਅਕਾਲੀ ਦਲ ਵੇਲੇ ਹਰ ਦੂਜੇ ਦਿਨ ਓਵਰਡਰਾਫਟ ਸਟੇਟ ਹੁੰਦਾ ਸੀਗਾ, ਸੈਲਰੀਜ਼ ਲੇਟ ਹੋ ਜਾਂਦੀਆਂ ਸੀ, ਇੱਕ ਦਿਨ ਵੀ ਸੈਲਰੀ ਅਸੀਂ ਰੁਕਣ ਨਹੀਂ ਦਿੱਤੀ। ਬੁਢਾਪਾ ਪੈਨਸ਼ਨ ਜਿਹੜੀ ਉਹਨਾਂ ਕੋਲੇ 250 ਰੁਪਇਆ ਹੁੰਦੀ ਸੀ ਉਹ 1500 ਕਰਤੀ ਹੈ ਔਰ ਇੱਕ ਵੀ ਮਹੀਨਾ ਨਾਗਾ ਨਹੀਂ ਪੈਣ ਦਿੱਤਾ। ਅਕਾਲੀ ਦਲ ਵੇਲੇ ਤਾਂ 6-6 ਮਹੀਨਿਆਂ ਦੇ ਨਾਗੇ ਵੀ ਪੈ ਜਾਂਦੇ ਸੀ। ਔਰ ਮੈਂ ਫੇਰ ਇਹਨੂੰ ਪਲੀਜ਼ ਇਹਨੂੰ ਮਨਪ੍ਰੀਤ ਦੀ ਵਜ੍ਹਾ ਨਾਲ ਨਹੀਂ ਹੋਗਾ। ਸਰ ਜਿਹੜੀ ਇਹ ਪਰਮਾਤਮਾ ਨੇ ਕੋਈ ਖਾਸ ਪੰਜਾਬ ਦੇ ਸਿਰ ਤੇ ਹੱਥ ਰੱਖਿਆ ਹੋਇਆ ਤੇ ਪਤਾ ਨਹੀਂ ਅਸੀਂ ਮੈਨੇਜ ਕਰ ਲਵਾਂਗੇ। ਸਰ ਦੀ ਗੱਲ ਕਰ ਰਹੇ ਸਰ ਸਮਾਨ ਅਗਲਾ ਵਿੱਚ ਹੀ ਰਹਿ ਗਿਆ ਸਰ। ਕ੍ਰੈਡਿਟ ਨਹੀਂ ਦੱਸਿਆ, ਕ੍ਰੈਡਿਟ ਕਿਹਨੂੰ ਦੱਸਾਂ? ਔਰ ਸਰਕਾਰ ਤੋਂ ਉਮੀਦਾਂ ਵੀ ਬੜੀਆਂ ਹੁੰਦੀਆਂ ਨੇ ਲੋਕਾਂ ਦੀ ਜਿਹੜੇ ਬੈਲੈਂਸ ਕਰਦੇ। ਤੁਸੀਂ ਛੂਟ ਵੀ ਦੇ ਰਹੇ ਹੋ, ਸਭ ਦੇ ਰਹੇ ਹੋ ਤੇ ਉਹਦਾ ਭਾਰ ਵੀ ਤੇ ਪਏਗਾ ਰੈਵਨਿਊ। ਸਭ ਉਸ ਹੈਸੀਅਤ ਦੇ ਵਿੱਚ ਆ ਗਏ ਕਿ ਅਸੀਂ ਇਹ ਅਫੋਰਡ ਕਰ ਸਕਦੇ। ਜੇ ਹੈਸੀਅਤ ਜਦੋਂ ਨਹੀਂ ਸੀ ਉਹ ਕਿਸੇ ਵੇਲੇ ਸੀਗਾ ਵੀ ਟਕੇ ਦਾ ਹੱਥ ਹੀ ਨਹੀਂ ਖਰੀਦਿਆ ਗਿਆ, ਫਿਰ ਲੱਖ ਦਾ ਖਰੀਦ ਲਿਆ। ਸੋ ਅੱਜ ਅਸੀਂ ਉਸ ਹੈਸੀਅਤ 'ਚ ਆ ਗਏ ਹਾਂ ਔਰ ਮੈਂ ਫੇਰ ਕਹਿੰਦਾ ਇਹਨੂੰ ਮਿਸਇੰਟਰਪ੍ਰੇਟ ਵੀ ਨਾ ਕਰਿਓ ਕਿ ਜੇ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੈ, ਮਤਲਬ ਏਰੀਅਰਸ ਮਾਫ ਕੀਤੇ ਹੈ, ਦਰਅਸਲ ਉਹ ਏਰੀਅਰਸ ਆਣੇ ਵੀ ਨਹੀਂ ਸੀ, ਉਹ ਤਾਂ ਬੁੱਕਸ ਦੇ ਵਿੱਚ ਹੀ ਸੀਗਾ ਕਿ ਇਹ ਤੁਹਾਡਾ। So might as well clean up your books of account. Sir, it means It is not Always you have not used the word debit, but ਸਰ ਮੇਰੀ ਤੁਹਾਡੇ ਬਿੱਲ ਦੇ ਵਿੱਚ ਏਰੀਅਰ ਆ ਰਿਹਾ, ਤੁਹਾਡੇ ਬਿੱਲ 'ਚ ਏਰੀਅਰ ਆ ਰਿਹਾ। ਉਹ ਇਹ ਮੈਨੂੰ ਪਤਾ ਉਹ ਏਰੀਅਰਸ ਆਣੇ ਨਹੀਂ ਸੀ, ਉਹ ਅਸੀਂ ਐਫਡੀ ਤੋਂ ਉਹਨਾਂ ਨੂੰ ਦੇ ਕੇ ਆਪਣੀਆਂ ਬੁੱਕਸ ਕਲੀਨ sir GST हाँ कोई करियाने की दुकान नहीं चला रहे, स्टेट चला रहे 3 करोड़। ਸਰ ਬੈਟ ਦਾ ਜਿਹੜਾ ਰਿਲੀਫ ਦੇਣ ਜਾ ਰਹੇ ਹੋ ਉਹਦੇ ਵਾਸਤੇ ਕੀ ਰੋਡ ਮੈਪ ਬਣਾਇਆ, ਕਿਸ ਤਰ੍ਹਾਂ ਉਹਨੂੰ ਪੋਸੀਬਲ ਹੋਊਗਾ ਕਿਉਂਕਿ ਟਾਈਮ ਹੁਣ ਸ਼ੋਰਟ ਰਹਿ ਗਿਆ, ਉਹ ਇੰਪਲੀਮੈਂਟ ਹੋਊਗਾ ਵੀ ਕਿ ਸਿਰਫ ਕਿਤਾਬਾਂ 'ਚ ਉਹ ਐਲਾਨ ਹੀ ਰਹਿ ਜੂਗੇ? ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਇੱਕ 7 ਦਿਨਾਂ ਦੇ ਵਿੱਚ ਜਿਹੜੇ ਤਕਰੀਬਨ 50,000 ਟੈਕਸ ਪੇਅਰ ਅਸੈਸਿਸ ਹੈਗੇ ਔਰ ਜਿਹੜੇ ਵੈਟ, ਕਿਉਂਕਿ ਦੇਖੋ ਗੱਲ ਇਹ ਹੈ ਕਿ 50,000 ਬੰਦਾ ਤੁਹਾਡੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਔਰ ਉਹਨਾਂ ਤੋਂ ਪੈਸੇ ਲੈਣੇ ਤੁਸੀਂ 350 ਕਰੋੜ, 40,000 ਬੰਦੇ ਤੋਂ ਤੁਸੀਂ 50 ਕਰੋੜ ਰੁਪਏ ਲੈਣਾ। ਇਹ ਹੁਣ ਤੁਸੀਂ ਦੱਸੋ ਜੇ ਤੁਸੀਂ ਵੀ ਟੈਕਸ ਮਿਨਿਸਟਰ ਹੁੰਦੇ
ਤੁਸੀਂ ਇਹਦਾ ਕੀ 50 ਕਰੋੜ ਪਿੱਛੇ 40,000 ਬੰਦਾ ਤੁਹਾਡੀ ਇੱਕ ਫੌਜ ਬੈਠੀ ਹੈ ਜਿਹੜੀ ਉਹਨਾਂ ਨੂੰ ਰੋਜ਼ ਡੀਲ ਕਰ ਰਹੀ ਹੈ। ਉਹ ਫੌਜ ਨੂੰ ਉੱਥੋਂ ਪਰੇ ਕਰਕੇ ਕਿਸੇ ਹੋਰ ਕੰਮ ਚ ਲਾਓ। ਸਰ ਤਾਂ ਕਿ tax 5 ਵਧੇ। ਸਾਲ ਦਾ ਹੁੰਦਾ ਕਿ ਜਿੱਥੇ ਤੱਕ ਨੌਲੇਜ ਹੈਗੀ ਸਾਨੂੰ ਕਿ 5 ਸਾਲ ਤੋਂ ਬਾਅਦ ਮਤਲਬ ਕਿ ਇਹ ਸਭ ਕਿਤਾਬਾਂ ਬੁੱਕਸ ਵਗੈਰਾ ਮੇਨਟੇਨ ਕਰਨ ਦੀ ਲੋੜ ਨਹੀਂ ਪੈਂਦੀ, ਪਰ ਇਹਦਾ ਹੁਣ 2014 ਪਿਛਲੇ ਕਾਫੀ ਲੰਬੇ समय ਤੋਂ कईयों को तो रिकॉर्ड ही नहीं है। सर मैं उसका बता रहा हूँ कि एक हफ्ते के अंदर अंदर इसको हम सब सफाया कर देंगे। कैबिनेट में आज जो मुझे बातें पता चली है उसके हिसाब से वी विल फाइंड अ सॉल्यूशन टू दिस कि असी वैट वाले सिस्टम तो ये ਜਿਹੜੀ ਲੈਗੇਸੀ ਇਸ਼ੂਜ਼ ਹੈ ਪੁਰਾਣੇ ਕੇਸ ਚੱਲਦੇ ਪਏ ਹੈ ਇਹ ਸਰਕਾਰ ਦਾ ਵੀ ਹਿੱਤ ਚ ਨਹੀਂ ਹੈ ਕਿ ਸਰਕਾਰ ਦਾ ਐਡੀ ਵੱਡੀ ਅਫਸਰਸ਼ਾਹੀ ਉਹ ਪੁਰਾਣੇ 14-15 ਦੇ ਕੇਸ ਡੀਲ ਕਰ ਰਹੀ ਹੈ। ਅਸੀਂ ਅਗਲੀ ਕੈਬਨਿਟ ਮੀਟਿੰਗ ਕਰਕੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ जीएसटी ਤੋਂ ਪਹਿਲਾਂ ਵਾਲੇ ਸਾਰੇ ਹੋ ਗਏ। ਮੀਟਿੰਗ ਦੇ ਵਿੱਚ ਇੱਕ ਗੱਲ ਕਹੀ ਸੀਗੀ ਵੀ ਜਿਹੜੇ ਇੰਡਸਟਰੀਅਲਿਸਟ ਹੈਗੇ ਨੇ ਜਾਂ ਟੈਕਸ ਭਰਨ ਵਾਲੇ ਬੰਦੇ ਨੇ ਉਹਨਾਂ ਨੂੰ ਦਫ਼ਤਰਾਂ 'ਚ ਧੱਕੇ ਨਾ ਖਾਣੇ ਪੈਣ, ਉਹਦੇ ਵਾਸਤੇ ਕਰੋਗੇ ਕੀ ਸਰ? ਇੱਕ ਲਾਈਨ ਤੁਸੀਂ ਬੋਲੋ। ਸਰ ਮੈਂ ਇਹ ਚਾਹੁੰਦਾ ਹਾਂ ਕਿ ਟੈਕਸ ਅਸੈਸਮੈਂਟ ਜੋ ਪੰਜਾਬ ਦੇ ਹੈ ਉਹ ਫੇਸਲੈਸ ਹੋ ਜਾਏ। ਕਿਸੇ ਬੰਦੇ ਨੂੰ ਟੈਕਸ ਦੇ ਦਫ਼ਤਰ 'ਚ ਨਾ ਜਾਣਾ ਪਵੇ ਔਰ ਜਿਹੜਾ ਬੰਦਾ ਅਸੈਸੀ ਹੈ ਉਹਨੂੰ ਇਹ ਨਾ ਪਤਾ ਹੋਵੇ ਮੇਰਾ ਅਸੈਸਰ ਕੌਣ ਹੈ। ਔਰ ਜੇ ਕਿਤੇ ਕਿਸੇ ਨਾਲ ਕੋਈ ਮੀਟਿੰਗ ਵੀ ਹੋਵੇ ਤਾਂ ਉਹ ਇਲੈਕਟ੍ਰੋਨਿਕ ਮੀਟਿੰਗ ਹੋਵੇ ਔਰ ਇੱਕ ਮਿੰਟ ਸੁਣੋ ਔਰ ਉਹਦਾ ਰਿਕਾਰਡ ਰੱਖਿਆ ਜਾਵੇ ਤਾਂ ਕਿ ਜਿਹੜਾ ਉਹਦਾ ਸੀਨੀਅਰ ਹੈ ਜਾਂ ਮੈਂ ਹੈ ਉਹ ਅਸੈਸ ਕਰ ਸਕਾਂ ਕਿ ਫਲਾਣੇ ਬੰਦੇ ਨੇ ਜਵਾਬ ਕੀ ਦਿੱਤਾ ਸੋ ਦੈਟ ਜਿਹੜੀ ਇਹ ਡਿਸਕ੍ਰਿਪਸ਼ਨ ਹੈ ਇਹ ਖਤਮ ਹੋਣੀ ਚਾਹੀਦੀ। ਸਰ ਇਨਵੈਸਟ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਹੈ। ਇਨਵੈਸਟ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਰੇ ਉਦਯੋਗਪਤੀਆਂ ਨੇ ਆਪਣੀ ਸਮੱਸਿਆ ਦੱਸੀਆਂ, ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਕਿ ਹਾਓ ਕਹਿੰਦਾ ਤੁਸੀਂ ਕਿੱਦਾਂ ਪੰਜਾਬ ਗਵਰਨਮੈਂਟ ਇੰਪਰੈਸਡ ਕਰ ਸਕਦੀ ਹੈ ਬਾਹਰ ਦੇ ਜਿਹੜੇ ਵੱਡੇ ਉਦਯੋਗਪਤੀ ਆ ਔਰ ਕਿਸ ਤਰ੍ਹਾਂ ਫੋਰਨ ਦੇ ਇਨਵੈਸਟਮੈਂਟਸ ਨੂੰ ਤੁਸੀਂ ਲਾ ਸਕਦੇ ਹੋ ਕਿਉਂਕਿ ਕਹਿੰਦੇ ਇਨਫਰਾਸਟ੍ਰਕਚਰ ਦੀ ਕਮੀ ਹੈ, ਇਨਵਾਇਰਨਮੈਂਟ ਦੀ ਕਮੀ ਹੈ। ਬਹੁਤ ਜੋ ਪ੍ਰੋ ਇੰਡਸਟਰੀਜ਼ ਮਾਹੌਲ ਕਿਸ ਤਰ੍ਹਾਂ ਦੇਵੋਗੇ ਤੁਸੀਂ ਕਿਉਂਕਿ ਅਸਲ ਵਿੱਚ ਟਾਈਮ ਜਿਹੜਾ ਸ਼ਾਰਟ ਰਹਿ ਗਿਆ। regular rail roko Bharat Bandh and industry is in bad shape because nobody is coming from outside. चलो ये तो this is a phenomena which has only taken place in the last 12 months. बट मैं आपको बड़ी जिम्मेवारी से और बड़े वसूख से एक बात कहना चाहता हूँ कि पिछले 4.5 साल में पंजाब में 80,000 करोड़ की इन्वेस्टमेंट ग्राउंडेड है। प्लीज इसको फिर से एक बार नोट कर ले। और कोविड के दौरान भी साढ़े कोले 20,000 करोड़ की इन्वेस्टमेंट आई और ਇਹਦਾ मैं ब्रेकअप भी ਤੁਹਾਨੂੰ मैं SMS कर दूंगा। 22,000 24,000 करोड़ ਤਾਂ ਰਿਫਾਈਨਰੀ ਦੀ ਆਈ, ਪੈਪਸੀ ਪਲਾਂਟ ਆਇਆ, ਫੋਰਜਿੰਗਸ ਆਈਆਂ ਪੰਜਾਬ ਦੇ ਵਿੱਚ। this has been the best 4.5 years 98 ਦੇ ਵੋਟ ਲੱਗੇ। और मेरी एक और भी बेनती है कि ਪੰਜਾਬ ਅੱਜ ਵੀ ਇਨਵੈਸਟਮੈਂਟ ਜਾਂ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਇਟਸ ਅ ਗੁੱਡ ਸਟੇਟ। ਤੁਸੀਂ ਬਿਹਾਰ ਦੀ ਗੱਲ ਕਰਦੇ ਹੋ, ਮੱਧ ਪ੍ਰਦੇਸ਼ ਕਿਤੇ ਜਾ ਕੇ ਦੇਖੋ, ਉੱਥੇ ਵੀ ਇਨਫਰਾਸਟ੍ਰਕਚਰ ਇੰਨਾ ਬਿਹਤਰ ਨਹੀਂ ਹੈ ਜਿੰਨਾ ਕਿ ਸੋਚਿਆ। ਔਰ ਪੰਜਾਬੀ ਜਿਹੜਾ ਹੈ ਪੰਜਾਬ 'ਚ ਇਨਵੈਸਟ ਕਰਦਾ ਹੈ। ਔਰ ਅੱਜ ਸਾਡੀ ਜਿਹੜੇ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਉਹ ਹੈ ਕਿ ਜਿਹੜਾ ਇੰਡਸਟਰੀਅਲਿਸਟ ਅੱਜ ਪੰਜਾਬ 'ਚ ਕੰਮ ਕਰ ਰਿਹਾ ਹੈ ਜਿੱਦਨ ਉਹਨੂੰ ਸਹੂਲਤ ਮਿਲ ਗਈ ਔਰ ਜਿੱਦਨ ਉਹਨੂੰ ਲੱਗਿਆ ਕਿ ਸਾਡਾ ਕੰਮ ਸਾਡੇ ਮਾਮਲਾਤ ਠੀਕ ਹੈ ਬਾਹਰਲੀ ਇਨਵੈਸਟਮੈਂਟ ਖੁਦ ਬੇ ਖੁਦ ਚੱਲ ਕੇ ਆਏਗੀ। ਬਟ ਮੇਨ ਪ੍ਰਾਇੋਰਟੀ ਇਜ਼ ਐਗਜ਼ਿਸਟਿੰਗ ਜਿਹੜਾ ਉਹਨੂੰ ਈਜ਼ ਆਫ ਡੂਇੰਗ ਬਿਜ਼ਨਸ। ਸਰ ਇੰਡਸਟਰੀਅਲਿਸਟ ਦਾ ਮਿਲਣ ਆਏ ਹੋ ਤੁਸੀਂ ਅੱਜ? ਬਾਰੀ ਕਰ ਸਰ ਇੰਡਸਟਰੀਅਲਿਸਟ ਸਰ ਇੰਡਸਟਰੀਅਲਿਸਟ ਦਾ ਮਿਲਣ ਆਏ ਹੋ ਤੁਸੀਂ ਅੱਜ? पर इंडस्ट्री बोर्ड एक मिनट सब आप जो भी सवाल करो उसको 2-3 हिस्से चाहे बना लो बट अगेन you are again there are 3 people asking I have to give time to others। सर जिन्होंने नहीं सवाल पूछा वो पूछ लेते हैं। ਬਿਜਲੀ ਦੇ ਇਸ਼ੂ ਤੇ ਕੀ ਕਰ ਰਹੇ? सॉरी ਬਿਜਲੀ ਦੇ ਇਸ਼ੂ ਤੇ ਕੀ ਕਰ ਰਹੇ? ਪਾਵਰ ਕੱਟ ਬੜੇ ਲੱਗ ਰਹੇ ਸੀ। ਸਭ ਦੀ ਬਦਕਿਸਮਤੀ ਹੈ ਕਿ ਜਿਹੜੀ ਕੋਲ ਇੰਡੀਆ ਜਿੱਥੋਂ ਸਾਰਾ ਕੋਇਲਾ ਆ ਰਿਹਾ ਉਹਨਾਂ ਦੀਆਂ ਖਾਨਾਂ ਦੇ ਵਿੱਚ ਬਰਸਾਤ ਹੋਣ ਕਰਕੇ ਖਾਨਾਂ ਪਾਣੀ ਨਾਲ ਭਰ ਗਈਆਂ। ਕੋਇਲੇ ਦੀ ਇੰਟਰਨੈਸ਼ਨਲ ਸਕੇਲ ਤੇ ਜਿਹੜੀ ਇੰਟਰਨੈਸ਼ਨਲ ਸਟੇਜ ਤੇ ਕੋਇਲੇ ਦੀ ਕੀਮਤ ਦੁੱਗਣੀ ਜਾਂ 2.5 ਗੁਣਾ ਹੋ ਗਈ ਹੈ। ਕੋਵਿਡ ਦਾ ਦੌਰ ਖਤਮ ਹੋਣ ਨਾਲ ਇੰਡਸਟਰੀ ਦੀ ਡਿਮਾਂਡ ਜਾਂ ਕਮਰਸ਼ੀਅਲ ਡਿਮਾਂਡ ਵੱਧ ਗਈ ਹੈ। ਅੱਜ ਕੋਲੇ ਦੀ ਸ਼ਾਰਟੇਜ ਆਈ ਹੋਈ ਹੈ। ਬਾਵਜੂਦ ਇਸ ਦੇ ਪੰਜਾਬ 'ਚ ਅਸੀਂ ਮੇਨਟੇਨ ਕੀਤਾ ਕਿ ਘੱਟ ਤੋਂ ਘੱਟ ਪਾਵਰ ਕੱਟ ਲੱਗਣ। ਤੁਸੀਂ ਇਹ ਵੀ ਸਾਡੀ ਇਹ ਸਾਡਾ ਅਲਮੀਆ ਜਾਂ ਪ੍ਰੋਬਲਮ ਇਹ ਹੈ ਕਿ 80% ਆਫ ਪਾਵਰ ਇਨ ਪੰਜਾਬ ਇਜ਼ ਜਨਰੇਟਡ ਥਰੂ ਕੋਲ। ਸਾਡੇ ਕੋਲ ਸਟੇਸ਼ਨ ਹੈਗੇ, ਕੋਇਲਾ ਆ ਨਹੀਂ ਰਿਹਾ। ਔਰ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਹਿੰਦੁਸਤਾਨ ਦਾ ਨਕਸ਼ਾ ਦੇਖੋ
ਤਾਂ ਕੋਲੇ ਦੀਆਂ ਖਾਨਾਂ ਤੋਂ ਜੇ ਕੋਈ ਸਭ ਤੋਂ ਦੂਰ ਕੋਈ ਜਗ੍ਹਾ ਹੈਗੀ ਤਾਂ ਉਹ ਪੰਜਾਬ ਹੈ, ਕਿਉਂਕਿ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤਾਂ ਹਾਈਡਰੋ ਨਾਲ ਚੱਲ ਜਾਂਦਾ ਹੈ। ਬਾਵਜੂਦ ਇਸ ਦੇ ਚਾਹੇ ਅਸੀਂ 12-14 ਰੁਪਏ ਤੱਕ ਵੀ ਬਿਜਲੀ ਖਰੀਦ ਰਹੇ ਪਰ ਯੂਨਿਟ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਨਇੰਟਰਪਟਡ ਪੰਜਾਬ ਦੇ ਵਿੱਚ ਸਪਲਾਈ ਹੋਵੇ। ਔਰ ਜੋ ਮੈਂ ਅਖਬਾਰ 'ਚ ਪੜ੍ਹ ਰਿਹਾ ਕਿ ਕੋਇਲੇ ਦੀ ਸਿਚੁਏਸ਼ਨ ਜਿਹੜੀ ਹੈ ਉਹ ਹਰ ਰੋਜ਼ ਜਾਂ ਹਰ ਘੰਟੇ ਦੇ ਇਤਬਾਰ ਨਾਲ ਉਹ ਇੰਪਰੂਵ ਹੋ ਰਹੀ ਹੈ, ਐਂਡ ਆਈ ਹੋਪ ਦਿਸ ਇੰਪਰੂਵ। ਬਟ ਇਹ ਪ੍ਰੋਬਲਮ ਤੁਹਾਡੇ ਸਾਹਮਣੇ ਹੈ ਕਿ ਸਾਡੇ ਕੋਲੇ 30 ਦਿਨਾਂ ਦੇ ਸਟਾਕ ਸੀਗੇ, ਉਹ ਡਿਪਲੀਟ ਹੁੰਦੇ ਅੱਜ 2 ਦਿਨਾਂ ਦੇ ਰਹਿ ਗਏ ਹੈ। ਤੇ ਜੇ ਕੋਇਲਾ ਨਾ ਪਹੁੰਚਿਆ ਤਾਂ ਕਿਸੇ ਵੀ ਰੇਟ ਤੇ ਬਿਜਲੀ ਖਰੀਦਣ ਦੀ ਕੋਸ਼ਿਸ਼ ਕਰਾਂਗੇ। ਬਟ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਹੈ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈ ਕੋਲੇ ਤੇ ਮੁਯੱਸਰ ਹੈ, ਇਸ ਕਰਕੇ ਕੋਇਲਾ ਜਿਹੜਾ ਹੈ ਉਹ ਜਲਦੀ ਤੋਂ ਜਲਦੀ। ਸਰ ਇਹਦੇ ਨਾਲ ਰਿਲੇਟਡ ਸਾਰੀਆਂ ਸਿਆਸੀ ਪਾਰਟੀ ਬਿਜਲੀ ਨੂੰ ਲੈ ਕੇ ਕਹਿੰਦੇ ਜੀ ਅਸੀਂ ਫ੍ਰੀ ਬਿਜਲੀ ਦੇਵਾਂਗੇ 300 ਯੂਨਿਟ, ਤੁਸੀਂ ਵੀ ਕਾਂਗਰਸ ਨੇ ਵੀ ਕਿਹਾ, ਆਮ ਆਦਮੀ ਪਾਰਟੀ ਵੀ ਸੁਪਨੇ ਦਿਖਾ ਰਿਹਾ। ਜੇ ਬਿਜਲੀ ਨਹੀਂ ਪੈਦਾ ਹੋਗੀ ਕਿ ਫ੍ਰੀ ਵਾਲਾ ਸਿਸਟਮ ਜਿਹੜੀ ਹੈ ਇਹ ਤੁਸੀਂ ਚੇਂਜ ਕਰੋਗੇ? ਸਰ ਬਿਜਲੀ ਤਾਂ ਪੈਦਾ ਹੋ ਰਹੀ ਹੈ, ਕਿੱਲਤ ਆ ਗਈ, ਫ੍ਰੀ ਕਿੱਥੋਂ ਦਿਓ? ਕੋਇਲੇ ਦਾ ਹੈ ਤੇ ਕੋਇਲਾ ਜਿਹੜਾ ਹੈ ਹੁਣ ਉਹ ਤਾਂ ਜ਼ਿੰਦਗੀ ਤਾਂ ਨਹੀਂ ਕੋਇਲੇ ਦੀ ਸ਼ਾਰਟੇਜ ਰਹਿਣੀ, ਔਰ ਸ਼ਾਰਟ ਟਰਮ ਜਿਹੜੀ ਇਹ ਸ਼ਾਰਟੇਜ ਹੈ ਇਹ ਖਤਮ ਹੋ ਜਾਏਗੀ। ਔਰ ਮੀਡੀਅਮ ਟਰਮ ਪੰਜਾਬ ਇਹ ਵੀ ਪਲਾਨ ਕਰ ਰਿਹਾ ਕਿ ਓਬਵੀਅਸਲੀ ਕੋਲ ਇਜ਼ ਨਾਟ ਦ ਫਿਊਚਰ ਆਫ ਪਾਵਰ, ਔਰ ਅਸੀਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਮੀਡੀਅਮ ਤੌਰ ਤੇ, ਚਾਹੇ ਉਹ ਸੋਲਰ ਹੋਵੇ ਜਾਂ ਕੋਈ ਗੈਸ ਹੋਵੇ, ਅਸੀਂ ਉਹ ਵੀ ਪਲਾਨ ਕਰ ਰਹੇ ਹਾਂ ਕਿ ਪੰਜਾਬ ਨੂੰ ਕੋਈ ਦਿਨ ਐਸਾ ਆਵੇ ਕਿ ਪੰਜਾਬ ਕੋਇਲੇ ਤੋਂ ਮੁਕਤ ਹੋ ਜਾਏ। ਕਿਉਂਕਿ ਤੁਸੀਂ ਇੱਕ ਗੱਲ ਅਪਰੀਸ਼ੀਏਟ ਕਰੋ, ਕੋਇਲਾ ਉਨਾ ਮਹਿੰਗਾ ਨਹੀਂ ਹੈ ਜਿੰਨਾ ਕੋਲੇ ਦਾ ਭਾੜਾ ਪੈ ਜਾਂਦਾ ਹੈ। ਔਰ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 5 ਸਾਲਾਂ 'ਚ ਕੋਇਲ, ਕਿਉਂਕਿ ਪੈਸੇਂਜਰ ਟੈਕਸ, ਰੇਲ ਪੈਸੇਂਜਰ ਦਾ ਉਹ ਕਿਰਾਇਆ ਨਹੀਂ ਵਧਾਉਂਦੇ, ਉਹ ਫਰੇਟ ਤੇ ਲੋਡ ਕਰ ਦਿੰਦੇ ਆ। ਰੇਲਵੇ ਦੇ ਜੋ ਵੀ ਘਾਟੇ ਘੁੱਟੇ ਹੈ, ਪਿਛਲੇ 5 ਸਾਲਾਂ 'ਚ ਰੇਲਵੇ ਦਾ ਕਿਰਾਇਆ ਦੁੱਗਣਾ ਹੋ ਗਿਆ ਕੋਲੇ ਤੇ, ਔਰ ਤਕਰੀਬਨ 2 ਰੁਪਏ ਯੂਨਿਟ ਦਾ ਇਹ ਸਿਰਫ ਇਹਦਾ ਬਿਜਲੀ ਦਾ ਭਾੜਾ ਪੈਂਦਾ, ਫਿਰ ਕੋਲਾ ਪੈਂਦਾ। ਸੋ ਇਵੈਂਚੁਅਲੀ ਪੰਜਾਬ ਵਿਲ ਹੈਵ ਟੂ ਕਮ ਆਊਟ ਆਫ ਕੋਲ। ਸਰ ਪੰਜਾਬ ਬਿਜਲੀ ਜਿਵੇਂ ਕਿਹਾ ਜਾਂਦਾ ਹੈ ਕਿ 5 ਰੁਪਏ ਜਾਂ ਕੋਈ ਹੈ ਨਹੀਂ ਸਾਰਿਆਂ ਨੂੰ, ਨਾ ਡੋਮੈਸਟਿਕ ਹੈ ਨਾ ਦੂਸਰੇ ਕੋਈ ਆਪਰਚੁਨਿਟੀ ਹੋਏ, ਇਹ ਹੈ ਹੋਏਗਾ ਜਾਂ ਨਹੀਂ ਹੋਏਗਾ? ਸਭ ਅਗਲੇ 5-10 ਦਿਨਾਂ 'ਚ, ਔਰ ਦੀਵਾਲੀ ਤੋਂ ਬਹੁਤ ਪਹਿਲਾਂ ਅਸੀਂ ਰਿਵਿਊ ਕਰ ਰਹੇ ਹਾਂ ਕਿ ਇਹ ਪੰਜਾਬ ਦਾ ਓਵਰਆਲ, ਕਿਉਂਕਿ ਜੇ ਇੱਕ ਚੀਜ਼ ਦੁਖਦੀ ਹੈ, ਔਰ ਮੈਂ ਵੀ ਆਵਾਮੀ ਬੰਦਾ ਹਾਂ, ਮੈਂ ਸਾਰਾ ਦਿਨ ਹਜ਼ਾਰਾਂ ਲੋਕਾਂ ਨੂੰ ਮਿਲਦਾ, ਲੋਕਾਂ ਨੂੰ ਪਾਵਰ ਬਿਲਸ ਤੋਂ ਕਾਫੀ ਤਕਲੀਫ ਹੈ, ਔਰ ਖਾਸ ਕਰਕੇ ਜਿਹੜਾ ਗਰੀਬ ਹੈ। ਔਰ ਅਸੀਂ ਆਪਣੇ ਸਟੇਟ ਫਾਈਨੈਂਸਿਸ ਨੂੰ ਦੇਖਦੇ ਹੋਏ ਅਸੀਂ ਕੋਈ ਨਾ ਕੋਈ ਰਿਲੀਫ ਜਿਹੜੀ ਹੈ ਇਹ ਜ਼ਰੂਰ ਪਲਾਨ ਕਰ ਰਹੇ ਹਾਂ। ਉਹ ਕਿੰਨੀ ਹੋਵੇਗੀ, ਕਿਸ ਸ਼ਕਲ 'ਚ ਹੋਏਗੀ, ਅੱਜ ਮੈਨੂੰ ਤੁਹਾਨੂੰ ਸਰ ਇੱਕ ਟੈਰਿਫ ਹੋਏਗੀ ਜਾਂ ਸਭ ਇਹ ਮੈਂ ਦੱਸ ਨਹੀਂ ਸਕਦਾ, ਕਿਉਂਕਿ ਜਿਹੜੀ ਚੀਜ਼ ਅੱਜ ਮੇਰੇ ਕੋਲ ਪਤਾ ਹੀ ਨਹੀਂ ਮੈਨੂੰ ਉਹਦਾ ਕੀ। ਸਰ ਇੱਕ ਜਿੱਦਾਂ ਰਾਜਨੀਤਿਕ ਪਾਰਟੀਆਂ ਚੁਣਾਵੀ ਸੀਜ਼ਨ ਸ਼ੁਰੂ ਹੋ ਗਿਆ ਵਾ, ਹਰ ਪਾਰਟੀ ਕਹਿ ਰਹੀ ਅਸੀਂ ਇਹ ਸਹੂਲਤ ਦੇ ਦਾਂਗੇ, ਇਹ ਸਹੂਲਤ ਦੇ ਦਾਂਗੇ, ਤੇ ਖਰਚਾ ਵੱਧ ਰਿਹਾ ਵਾ। ਤੁਹਾਨੂੰ ਲੱਗਦਾ ਕਿ ਅਸੀਂ ਇਸ ਪੋਜੀਸ਼ਨ 'ਚ ਕਿ ਅਸੀਂ ਇਲੈਕਟ੍ਰਿਸਿਟੀ ਫ੍ਰੀ ਦੇ ਦਾਂਗੇ? ਸਰ ਮੈਂ ਆਪਾਂ ਫ੍ਰੀ ਦੇ ਲਾਭ ਦੇ ਰਹੇ ਹਾਂ ਸਾਰੀ ਪਾਰਟੀਆਂ। ਮੈਂ ਦੂਜੀਆਂ ਮੇਨਟੇਨ ਕਿੱਦਾਂ ਕੀਤਾ ਜਾਊਗਾ? ਸਰ ਮੈਂ ਦੂਜੀਆਂ ਪਾਰਟੀਆਂ ਦਾ ਕੋਈ ਸਪੋਕਸ ਪਰਸਨ ਤਾਂ ਹੈ ਨਹੀਂ, ਇਹ ਤਾਂ ਉਹੀ ਜਵਾਬ ਦੇਣਗੇ। ਸਰ ਤੁਹਾਡੇ ਵੱਲੋਂ ਸਰ ਤੁਸੀਂ ਵੀ ਉਸੇ ਰਾਹ ਤੇ ਹੋ, ਫ੍ਰੀ ਤੁਸੀਂ ਵੀ ਮੇਰੀ ਉੱਤੇ ਕਰ ਰਹੇ ਬੇਨਤੀ ਤਾਂ ਸੁਣੋ, ਮੈਂ ਦੂਜੀਆਂ ਪਾਰਟੀਆਂ ਦਾ ਨੁਮਾਇੰਦਾ ਤਾਂ ਹੈ ਨਹੀਂ, ਉਹ ਤਾਂ ਉਹੀ ਜਵਾਬ ਦੇਣਗੀਆਂ। ਪਰ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਔਰ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਪਿਛਲੇ 5 ਸਾਲ ਜਿਸ ਜ਼ਿੰਮੇਵਾਰੀ ਨਾਲ ਕਾਂਗਰਸ ਪਾਰਟੀ ਨੇ ਆਪਣੇ ਫਾਈਨੈਂਸਿਸ ਚਲਾਏ ਹੈ, ਔਰ ਇਹ ਜਿਹੜੀਆਂ ਮੈਂ ਤੁਹਾਨੂੰ ਕੰਸੈਸ਼ਨਸ ਕਹਿ ਰਿਹਾ ਇਹ ਅੱਜ ਨਹੀਂ ਮਿਲੀਆਂ, ਇਹ ਬਹੁਤ ਪਹਿਲਾਂ ਦੀਆਂ ਮਿਲੀਆਂ ਹੋਈਆਂ, ਐਂਡ ਵੀ ਆਰ ਸਸਟੇਨਿੰਗ ਦੈਮ। ਐਂਡ ਪੰਜਾਬ, ਔਰ ਆ ਸਾਰੀ ਪ੍ਰੈਸ ਬੈਠੀ ਹੈ, ਅੱਜ 22 ਸਾਲ ਬਾਅਦ 22 ਸਾਲ ਗੁਜ਼ਰ ਗਏ, ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਜਿਹੜਾ ਬਜਟ ਸੀਗਾ ਉਹਦਾ ਓਵਰਆਲ ਸਾਈਜ਼ ਹਰਿਆਣੇ ਨਾਲੋਂ ਵੱਡਾ ਸੀ। ਚੈਨਲ ਨਿਰਭੈ ਸੱਚ ਨੂੰ YouTube ਤੇ ਸਬਸਕ੍ਰਾਈਬ ਕਰੋ।